ਮੈਂ ਅਮਨਦੀਪ ਸਿੰਘ ਆਸ ਕਰਦਾ ਤੁਸੀਂ ਸਾਰੇ ਆਪਣੇ ਘਰੇ ਸਿਹਤਯਾਬ ਹੋਵੋਗੇ, ਸਿਹਤਮੰਦ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਆਪਾਂ ਡਿਸਕਸ਼ਨ ਕਰਨੀ ਆ, ਜੋ ਟੌਪਿਕ ਹੈ ਆਪਾਂ ਡਿਸਕਸ਼ਨ ਦਾ ਉਹ ਹੈ ਓਸ਼ਨ ਟਾਈਡਸ, ਹਾਊ ਥੀਸ ਟਾਈਡਸ ਆਰ ਫਾਰਮਡ ਐਂਡ ਹਾਊ ਇਟ ਅਫੈਕਟਸ ਔਨ ਆਵਰ ਡੇਲੀ ਲਾਈਫ। We studying discussing about everything about the tides. Let's start. Okay, first of all, what are the tides? An ocean tide refers to the cyclic rise and the fall of the sea water. ਜੋ ਟਾਈਡ ਆ ਸੀ ਵਾਟਰ ਦੇ, ਸਮੁੰਦਰ ਦੇ ਪਾਣੀ ਦੇ ਜੋ ਇੱਕ ਸਾਈਕਲਿਕ ਇੱਕ ਨਿਸ਼ਚਿਤ ਸਮੇਂ ਬਾਅਦ ਜੋ ਰਾਈਜ਼ ਐਂਡ ਫਾਲ ਹੁੰਦੀ ਹੈ, ਉਚਾਨ ਅਤੇ ਨਿਵਾਨ ਹੁੰਦੀ ਹੈ, ਪਾਣੀ ਉੱਪਰ ਉੱਠਦਾ ਅਤੇ ਫਿਰ ਨੀਵਾਂ ਜਾਂਦਾ ਇੱਕ ਨਿਸ਼ਚਿਤ ਸਮੇਂ ਬਾਅਦ, ਉਹਨੂੰ ਟਾਈਡ ਕਿਹਾ ਜਾਂਦਾ ਜਾਂ ਜਵਾਰ ਭਾਟਾ ਕਿਹਾ ਜਾਂਦਾ। ਇਸ ਫਿਨੋਮੀਨਨ ਲਈ, ਇਸ ਘਟਨਾ ਲਈ ਇਹੀ ਸ਼ਬਦ ਕਿਉਂ ਵਰਤਿਆ ਗਿਆ? ਇਹ ਸ਼ਬਦ ਦਾ ਇਹ ਡਰਾਈਵ ਹੋਇਆਗਾ ਜਰਮਨ ਲੈਂਗੁਏਜ ਤੋਂ, ਜਰਮਨ ਲੈਂਗੁਏਜ ਦੇ ਟਿਡ ਵਰਡ ਤੋਂ, TID ਟਿਡ ਵਰਡ ਤੋਂ, ਜਿਹਦਾ ਕਿ ਮੀਨਿੰਗ ਹੁੰਦਾ ਹੈ ਟਾਈਮ ਜਾਂ ਪੀਰੀਅਡ। ਤਾਂ ਇੱਥੋਂ ਇਹਦਾ ਮੀਨਿੰਗ ਬਣਿਆ ਇੱਕ ਨਿਸ਼ਚਿਤ ਸਮੇਂ ਬਾਅਦ, ਇੱਕ ਨਿਸ਼ਚਿਤ ਟਾਈਮ ਤੋਂ ਬਾਅਦ, ਇੱਕ ਨਿਸ਼ਚਿਤ ਪੀਰੀਅਡ ਤੋਂ ਬਾਅਦ ਜੋ ਸੀ ਵਾਟਰ ਸਮੁੰਦਰ ਦੇ ਪਾਣੀ ਦੇ ਵਿੱਚ ਉਚਾਨ ਆਉਂਦੀ ਹੈ, ਪਾਣੀ ਉੱਪਰ ਉੱਠਦਾ ਅਤੇ ਇੱਕ ਨਿਸ਼ਚਿਤ ਸਮੇਂ ਬਾਅਦ ਪਾਣੀ ਵਾਪਸ ਨੀਚੇ ਚਲਾ ਜਾਂਦਾ ਗਾ, ਉਹਨੂੰ ਟਾਈਡ ਜਾਂ ਜਵਾਰ ਭਾਟਾ ਕਿਹਾ ਜਾਂਦਾ। ਪੰਜਾਬੀ ਦਾ ਸ਼ਬਦ ਜਵਾਰ ਭਾਟਾ, ਉਹਦਾ ਵੀ ਇਹੀ ਮੀਨਿੰਗ ਆ, ਦੋ ਸ਼ਬਦਾਂ ਤੋਂ ਬਣਿਆ ਹੈ, ਇਕੱਠੇ ਹੋ ਕੇ ਬਣਿਆ ਜਵਾਰ ਐਂਡ ਭਾਟਾ। ਜਵਾਰ ਦਾ ਮਤਲਬ ਹੁੰਦਾ ਜੋ ਸਮੁੰਦਰ ਦਾ ਪਾਣੀ ਉੱਪਰ ਉੱਠ ਰਿਹਾ ਹੈ, ਜਦੋਂ ਸਮੁੰਦਰ ਦਾ ਪਾਣੀ ਉੱਪਰ ਉੱਠ ਰਿਹਾ ਹੁੰਦਾ ਤਾਂ ਉਹਨੂੰ ਕਿਹਾ ਜਾਂਦਾ ਜਵਾਰ। ਜਦੋਂ ਸਮੁੰਦਰ ਦਾ ਪਾਣੀ ਵਾਪਸ ਨਿਵਾਨ ਵੱਲ ਜਾਂਦਾ, ਨੀਚੇ ਨੂੰ, ਤਾਂ ਉਹਨੂੰ ਕਿਹਾ ਜਾਂਦਾ ਗਾ ਭਾਟਾ। ਤਾਂ ਦੋਨੇ ਨੂੰ ਮਿਲਾ ਕੇ ਸ਼ਬਦ ਬਣਿਆ ਜਵਾਰ ਭਾਟਾ। Then tides are caused by the slight variation in the gravitational attraction between the earth and moon and the sun in geometric relationship with location on the earth's surface। ਤਾਂ ਜੋ ਇਹਨਾਂ ਦੇ ਕਾਰਨ ਆ ਟਾਈਡਸ ਦਾ ਉਹ ਹੈਗਾ ਗ੍ਰੈਵੀਟੇਸ਼ਨ ਅਟਰੈਕਸ਼ਨ ਆ, ਜੋ ਗੁਰੂਤਾਕਰਸ਼ਣ ਬਲ ਹੈ ਮੂਨ, ਸਨ ਅਤੇ ਅਰਥ ਦੇ ਵਿਚਕਾਰ, ਉਹਨਾਂ ਦਾ ਕੀ ਡਿਫਰੈਂਸ ਆ, ਕੀ ਵੇਰੀਏਸ਼ਨਸ ਪਾਏ ਜਾਂਦੇ, ਕੀ ਅੰਤਰ ਪਾਇਆ ਜਾਂਦਾ। ਤਾਂ ਗੁਰੂਤਾ ਆਕਰਸ਼ਣ ਬਲ ਦੇ ਵਿੱਚ ਜੋ ਅੰਤਰ ਹੈ, ਉਸ ਅੰਤਰ ਦੇ ਕਾਰਨ ਇਹ ਟਾਈਡਸ, ਇਹ ਜਵਾਰ ਭਾਟੇ ਪੈਦਾ ਹੁੰਦੇ। ਇਹਨਾਂ ਦੀ ਮੂਵਮੈਂਟ ਹੁੰਦੀ ਰਹਿੰਦੀ ਕਿਉਂਕਿ ਜੋ ਅਰਥ ਆ ਉਹ ਸਨ ਦੇ ਅਰਾਊਂਡ ਚੱਕਰ ਲਗਾ ਰਹੀ ਹੈ, ਰੈਵੋਲੂਸ਼ਨ ਕਰ ਰਹੀ, ਅਤੇ ਸਿਮਿਲਰਲੀ ਜੋ ਮੂਨ ਆ ਉਹ ਅਰਥ ਦੇ ਸਰਾਊਂਡਿੰਗ ਰਿਵੋਲਵ ਹੋ ਰਿਹਾ ਅਤੇ ਆਪਣੀ ਐਕਸਿਸ ਦੇ ਉੱਪਰ ਵੀ ਰੋਟੇਟ ਹੋ ਰਿਹਾ। ਇਸ ਕਰਕੇ ਇਹਨਾਂ ਦੀ ਜਿਹੜੀ ਪੋਜੀਸ਼ਨਸ ਦੇ ਚੇਂਜ ਹੁੰਦੇ ਰਹਿੰਦੇ ਹਨ ਅਤੇ ਅਲੱਗ-ਅਲੱਗ ਇਹ ਜਿਓਮੈਟ੍ਰਿਕ ਪੋਜੀਸ਼ਨਸ ਬਣਾਉਂਦੇ ਆ, ਅਤੇ ਇਹਨਾਂ ਜਿਓਮੈਟ੍ਰਿਕ ਪੋਜੀਸ਼ਨ ਦੇ ਜੋ ਅਲੱਗ-ਅਲੱਗ ਕੰਬੀਨੇਸ਼ਨਸ ਬਣਾਉਂਦੇ, ਉਹਨਾਂ ਦੇ ਅਕੋਰਡਿੰਗ ਇਹ ਟਾਈਡਸ ਅਲੱਗ-ਅਲੱਗ ਤਰ੍ਹਾਂ ਦੀਆਂ ਫੋਰਮ ਹੁੰਦੀਆਂ ਨੇ। ਇਹ ਜਿਹੜੀਆਂ ਟਾਈਡਸ ਨੇ ਇੱਕ ਨਿਸ਼ਚਿਤ ਸਮੇਂ ਬਾਅਦ ਅਰਥ ਉੱਪਰ ਆਉਂਦੀਆਂ ਨੇ। tidal bulge. The moon is the primary factor controlling the temporal rhythm and the height of the tide। ਤਾਂ ਜੋ ਮੇਨ ਗ੍ਰੈਵਿਟੀ ਦਾ ਇਫੈਕਟ ਪੈਂਦਾ ਗਾ ਕਿਸੇ ਵੀ ਟਾਈਡ ਦੇ ਉੱਪਰ, ਕਿੰਨੀ ਜ਼ਿਆਦਾ ਹਾਈਟ 'ਤੇ ਜਾਊ ਜਾਂ ਜਿੰਨੀ ਲੋਅਰ ਹੋਊ, ਉਹਦੇ ਵਿੱਚ ਮੇਨ ਜੋ ਇੰਪੋਰਟੈਂਸ ਰੋਲ ਹੁੰਦਾ ਉਹ ਮੂਨ ਦਾ ਹੁੰਦਾ ਗਾ। ਸਨ ਦੇ ਨਾਲੋਂ ਜ਼ਿਆਦਾ ਮੂਨ ਦਾ ਰੋਲ ਆ, ਕਿਉਂਕਿ ਮੂਨ ਆ ਜਿਹੜਾ ਚੰਦਰਮਾ ਗਾ ਉਹ ਧਰਤੀ ਦੇ ਨੇੜੇ ਆ, ਭਾਵੇਂ ਕਿ ਚੰਦਰਮਾ ਦੀ ਜੋ ਗ੍ਰੈਵੀਟੇਸ਼ਨ ਫੋਰਸ ਆ ਜਾਂ ਗ੍ਰੈਵਿਟੀ ਆ ਸਨ ਦੇ ਕੰਪੈਰੀਜ਼ਨ ਬਹੁਤ ਘੱਟ ਆ, ਬਟ ਫਿਰ ਵੀ ਅਰਥ ਦੇ ਬਹੁਤ ਜ਼ਿਆਦਾ ਨਜ਼ਦੀਕ ਹੋਣ ਦੇ ਕਾਰਨ, ਸੂਰਜ ਤੋਂ ਕੰਪੈਰੀਜ਼ਨ ਬਹੁਤ ਨਜ਼ਦੀਕ ਆ, ਅਤੇ ਸਨ ਦੀ ਗ੍ਰੈਵਿਟੀ ਦਾ ਮੂਨ ਦੀ ਗ੍ਰੈਵਿਟੀ ਦਾ ਧਰਤੀ ਉੱਪਰ ਜ਼ਿਆਦਾ ਇਫੈਕਟ ਪੈਂਦਾ, ਜਿਹਦੇ ਕਰਕੇ ਕੀ ਹੈ ਟਾਈਡਸ ਪੈਦਾ ਹੁੰਦੀਆਂ। ਜੋ ਸਮੁੰਦਰ ਦਾ ਪਾਣੀ ਆ ਉਹ ਚੰਦਰਮਾ ਵੱਲ ਖਿੱਚਿਆ ਜਾਂਦਾ ਅਤੇ ਜਿਹਨੂੰ ਆਪਾਂ ਟਾਈਡਸ ਕਹਿੰਦੇ ਹਾਂ। The moon produces tidal bulges somewhere in the earth through the effect of the gravitational attraction। ਤਾਂ ਧਰਤੀ ਉੱਪਰ ਇੱਕੋ ਸਮੇਂ 'ਤੇ ਦੋ ਟਾਈਡਸ ਪੈਦਾ ਹੁੰਦੀਆਂ ਨੇ। ਇੱਕ ਟਾਈਡ ਉਸ ਜਗ੍ਹਾ ਉੱਪਰ, ਉਸ ਸਥਾਨ ਉੱਪਰ ਜਿਹੜਾ ਕਿ ਧਰਤੀ ਦਾ ਬਿਲਕੁਲ ਚੰਦਰਮਾ ਦੇ ਛੇਦ ਦੇ ਵਿੱਚ ਹੁੰਦਾ, ਇੱਕ ਬਿਲਕੁਲ ਦੇ ਓਪੋਜ਼ਿਟ ਸਾਈਡ। ਤਾਂ ਇੱਕੋ ਸਮੇਂ 'ਤੇ ਧਰਤੀ ਦੇ ਦੋ ਸਥਾਨਾਂ ਉੱਪਰ ਟਾਈਡਸ ਪੈਦਾ ਹੁੰਦੇ ਅਤੇ ਇਹਨਾਂ ਟਾਈਡਸ ਨੂੰ ਆਪਾਂ ਹਾਈ ਟਾਈਡਸ ਕਹਿੰਦੇ ਹਾਂ। At the location on the earth closest to the moon, sea water drawn towards the moon at the greater strength of the gravitational attraction। ਤਾਂ ਮੂਨ ਦੀ ਗ੍ਰੈਵੀਟੇਸ਼ਨ ਅਟਰੈਕਸ਼ਨ ਦੇ ਕਰਕੇ ਜਿਹੜਾ ਹੈ
ਇਹ ਜਿਹੜੀਆਂ ਟਾਈਡਸ ਨੇ ਇਹ ਪੈਦਾ ਹੁੰਦੀਆਂ। ਅਤੇ ਆਪੋਜਿਟ ਸਾਈਡ ਦੇ ਉੱਪਰ ਵੀ ਜਿਹੜੀ ਹੈ ਉਹ ਟਾਈਡਸ ਪੈਦਾ ਹੁੰਦੇ ਨੇ। ਉਹਦਾ ਜਿਹੜਾ ਕਾਰਨ ਆ ਮੇਨ, ਆਪੋਜਿਟ ਸਾਈਡ 'ਤੇ ਜਿਹੜੇ ਟਾਈਡ ਜਾਂ ਪਾਣੀ ਖਿੱਚਿਆ ਜਾਂਦਾ ਹੈਗਾ, ਉੱਥੇ ਤਾਂ ਭਾਵੇਂ ਕਿ ਮੂਨ ਦੀ ਜਿਹੜੀ ਗ੍ਰੈਵੀਟੇਸ਼ਨ ਫੋਰਸ ਆ ਬਹੁਤ ਵੀਕ ਹੁੰਦੀ ਆ, ਬਟ ਫਿਰ ਵੀ ਉੱਥੇ ਜੋ ਹੈ ਟਾਈਡਸ ਕ੍ਰੀਏਟ ਹੁੰਦੀਆਂ ਨੇ। ਉਹਦਾ ਕਾਰਨ ਹੁੰਦਾ ਇਨਰਸ਼ੀਆ ਫੋਰਸ। ਉਹਦੇ ਵਿੱਚ ਜਿਹੜੀ ਮੂਨ ਦੀ ਗ੍ਰੈਵੀਟੇਸ਼ਨ ਫੋਰਸ ਆ ਉਹ ਘੱਟ ਜਾਂਦੀ ਹੈ ਅਤੇ ਇਨਰਸ਼ੀਆ ਜਿਹੜੀ ਫੋਰਸ ਆ ਉਹ ਵੱਧ ਜਾਂਦੀ ਹੈ। ਉਹਦੇ ਕਰਕੇ ਜਿਹੜਾ ਇਹ ਬਬਲਸ ਆ ਜਿਹੜਾ ਕ੍ਰੀਏਟ ਹੁੰਦਾ ਹੈ। ਇਸ ਪਿਕ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਰਾਈਟ ਹੈਂਡ ਸਾਈਡ 'ਤੇ ਮੂਨ ਹੈ, ਲੈਫਟ ਹੈਂਡ ਸਾਈਡ 'ਤੇ ਅਰਥ ਹੈ। ਤਾਂ ਮੂਨ ਦੀ ਗ੍ਰੈਵੀਟੇਸ਼ਨ ਫੋਰਸ ਦੇ ਕਰਕੇ ਇੱਕ ਬਬਲਸ ਕ੍ਰੀਏਟ ਹੋ ਰਿਹਾ ਹੈਗਾ। ਅਤੇ ਨੀਅਰ ਟੋਟਲ ਟਾਈਡਲ ਬਰਡਸ ਆ, ਇੱਕ ਹੈ ਫਾਰ ਟਾਈਡਲ ਬਰਡ। ਜਿਹੜਾ ਨੀਅਰ ਟਾਈਡਲ ਬਰਡਸ ਆ ਇਹਦਾ ਜਿਹੜਾ ਮੇਨ ਰੀਜ਼ਨ ਹੈ ਗ੍ਰੈਵੀਟੇਸ਼ਨ ਫੋਰਸ ਆ ਮੂਨ ਦੀ। ਉਸ ਗ੍ਰੈਵੀਟੇਸ਼ਨ ਫੋਰਸ ਦੇ ਕਰਕੇ ਜਿਹੜਾ ਓਸ਼ਨ ਵਾਟਰ ਜਾਂ ਸੀ ਵਾਟਰ ਸੀ ਉਹ ਮੂਨ ਵੱਲ ਅਟਰੈਕਟ ਹੋਇਆ। ਬਟ ਇੱਕ ਜਿਹੜਾ ਫਾਰ ਟਾਈਡਲ ਬਰਡਸ ਆ ਉਹ ਇਨਰਸ਼ੀਆ ਫੋਰਸ ਕਰਕੇ ਫੋਰਮ ਹੋਇਆ ਗਾ, ਕਿਉਂਕਿ ਉੱਥੇ ਜਿਹੜੀ ਮੂਨ ਦੀ ਗ੍ਰੈਵੀਟੇਸ਼ਨ ਫੋਰਸ ਆ ਉਹ ਵੀਕ ਹੋ ਗਈ ਅਤੇ ਇਨਰਸ਼ੀਆ ਫੋਰਸ ਆ ਜਿਹੜੀ ਉਹ ਜ਼ਿਆਦਾ ਹੋ ਗਈ ਆ। ਓਕੇ, ਨੈਕਸਟ ਆਪਾਂ ਗੱਲ ਕਰਦੇ ਹਾਂ ਟਾਈਡਲ ਪੀਰੀਅਡ। ਕਿੰਨੇ ਟਾਈਮ ਪੀਰੀਅਡ ਤੋਂ ਬਾਅਦ ਇਹ ਟਾਈਡਸ ਜਿਹੜੀਆਂ ਹੈਗੀਆਂ ਨੇ ਇਹ ਕਿਸੇ ਜਗ੍ਹਾ ਉੱਪਰ ਦੁਬਾਰਾ ਫੇਰ ਕ੍ਰੀਏਟ ਹੁੰਦੀਆਂ ਨੇ, ਦੁਬਾਰਾ ਅਕਰ ਹੁੰਦੀਆਂ ਨੇ। ਤਾਂ ਅਰਥ ਉੱਪਰ ਇੱਕ ਸਥਾਨ ਉੱਪਰ ਜਦੋਂ ਕੋਈ ਵੀ ਜਗ੍ਹਾ ਉੱਪਰ ਟਾਈਡ ਇੱਕ ਵਾਰ ਆ ਗਈ ਹੈ ਤਾਂ ਉਸੇ ਸੇਮ ਪਲੇਸ ਉੱਪਰ ਜਿਹੜੀਆਂ ਟਾਈਡਸ ਨੇ ਉਹ 24 ਆਵਰਸ ਐਂਡ 50 ਮਿੰਟ 24 ਘੰਟੇ 50 ਮਿੰਟਾਂ ਬਾਅਦ ਫਿਰ ਉਸੇ ਜਗ੍ਹਾ ਉੱਪਰ ਟਾਈਡਸ ਕ੍ਰੀਏਟ ਹੁੰਦੀਆਂ ਨੇ। ਇੱਕ ਹਾਈ ਟਾਈਡ ਫਿਰ ਕ੍ਰੀਏਟ ਹੁੰਦੀ ਹੈ। ਇਹ ਬਿਲਕੁਲ 24 ਘੰਟਿਆਂ ਬਾਅਦ ਕਿਉਂ ਨਹੀਂ ਹੁੰਦੀ, ਆਪਾਂ ਇਹਦੀ ਗੱਲ ਕਰਨੀ ਹੈ ਵੀ 24 ਘੰਟੇ 50 ਮਿੰਟ ਹੀ ਕਿਉਂ ਲੈਂਦੀ ਆ। ਮੰਨ ਲਓ ਜੇਕਰ ਜਿਹੜਾ ਚੰਦਰਮਾ ਗਾ ਉਹ ਸਪੇਸ ਵਿੱਚ ਸਟੇਬਲ ਹੁੰਦਾ, ਇੱਕ ਥਾਂ 'ਤੇ ਖੜ੍ਹਾ ਹੁੰਦਾ, ਸਟੇਸ਼ਨਰੀ ਹੁੰਦਾ, ਤਾਂ ਕੀ ਹੋਣਾ ਸੀ, ਉਹਨੇ ਹਰ ਇੱਕ ਸਮੇਂ 'ਤੇ ਇੱਕੋ ਹੀ ਜਗ੍ਹਾ ਉੱਪਰ ਦੇਖਣਾ ਸੀ, ਇੱਕੋ ਹੀ ਜਗ੍ਹਾ ਉੱਪਰ ਆਪਣੀ ਜਿਹੜੀ ਫੋਰਸ ਆ ਉਹ ਐਗਜ਼ੈਕਟ ਕਰਨੀ ਸੀ, ਫੋਰਸ ਲਗਾਉਣੀ ਸੀ। ਅਤੇ ਜਿਹੜੀ ਅਰਥ ਆ ਉਹਨੇ ਆਪਣੀ ਐਕਸਿਸ ਉੱਪਰ 24 ਘੰਟਿਆਂ ਉੱਪਰ ਇੱਕ ਪੂਰੇ ਰੋਟੇਸ਼ਨ ਕੰਪਲੀਟ ਕਰਨ ਤੋਂ ਬਾਅਦ ਉਹੀ ਜਗ੍ਹਾ ਪਲੇਸ ਆ ਮੂਨ ਦੇ ਸਾਹਮਣੇ ਫੇਰ ਹੋ ਜਾਣਾ ਸੀ, ਜਿਹੜਾ ਕਿ 24 ਘੰਟੇ ਪਹਿਲਾਂ ਸੀ। ਤਾਂ 24 ਘੰਟਿਆਂ ਬਾਅਦ ਉਹੀ ਸੇਮ ਪਲੇਸ ਮੂਨ ਦੇ ਸਾਹਮਣੇ ਆ ਜਾਣਾ ਸੀ ਅਤੇ 24 ਘੰਟਿਆਂ ਦੇ ਵਿੱਚ ਉਸੇ ਜਗ੍ਹਾ ਉੱਪਰ ਟਾਈਡ ਕ੍ਰੀਏਟ ਹੋਣੀ ਸੀ। ਬਟ ਹੁਣ ਹੋ ਕੀ ਰਿਹਾ ਹੈਗਾ, ਜਿਹੜਾ ਮੂਨ ਆ ਉਹ ਵੀ ਮੂਵ ਕਰ ਰਿਹਾ, ਉਹ ਵੀ ਰਿਵੋਲਵ ਕਰ ਰਿਹਾ ਅਰਾਊਂਡ ਦੀ ਅਰਥ। ਤਾਂ ਇਸ ਕਾਰਨ ਕਰਕੇ ਜਿੰਨੇ ਸਮੇਂ ਵਿੱਚ ਅਰਥ ਆਪਣੀ ਐਕਸਿਸ ਦੇ ਅਰਾਊਂਡ ਇੱਕ ਰੋਟੇਸ਼ਨ ਪੂਰੀ ਕਰਦੇ, ਉਸ ਸਮੇਂ ਵਿੱਚ ਜਿਹੜਾ ਮੂਨ ਉਹ ਆਪਣੀ ਜਗ੍ਹਾ ਤੋਂ ਡਿਸਪਲੇਸ ਹੋ ਜਾਂਦਾ ਅਤੇ ਅੱਗੇ ਨੂੰ ਮੂਵ ਕਰ ਜਾਂਦਾ। ਤਾਂ ਅਰਥ ਦੇ ਉਸੇ ਹੀ ਪਲੇਸ ਨੂੰ ਦੁਬਾਰਾ ਫੇਰ ਮੂਨ ਦੇ ਸਾਹਮਣੇ ਆਉਣ ਦੇ ਲਈ ਅੱਗੇ 50 ਮਿੰਟ ਦਾ ਸਮਾਂ ਹੋਰ ਲੱਗਦਾ ਹੈ। ਤਾਂ ਉਸੇ ਜਗ੍ਹਾ 'ਤੇ ਉੱਪਰ ਦੁਬਾਰਾ ਟਾਈਡ ਅਕਰ ਲਈ ਬਣਨ ਦੇ ਲਈ ਜੋ ਟੋਟਲ ਟਾਈਡਲ ਪੀਰੀਅਡ ਆ ਡੈਟ ਇਜ਼ ਦੀ 24 ਆਵਰਸ ਐਂਡ ਦੀ 50 ਮਿੰਟ ਦਾ ਇਹ ਪੀਰੀਅਡ ਲੱਗਦਾ ਹੈ। ਇਹ ਸੀ ਟਾਈਡਲ ਪੀਰੀਅਡ ਦੇ ਰਿਗਾਰਡਿੰਗ। The second factor controlling the tidal on the earth's surface and the sun's gravity, the height of the average। ਓਕੇ, ਤਾਂ ਇਹਦੇ ਵਿੱਚ ਜਿਹੜੇ ਸਨ ਦੀ ਗ੍ਰੈਵਿਟੀ ਦਾ ਕੀ ਰੋਲ ਆ, ਕਿ ਇਕੱਲੇ ਮੂਨ ਦੀ ਗ੍ਰੈਵਿਟੀ ਕਰਕੇ ਹੀ ਟਾਈਡਸ ਆਉਂਦੀਆਂ ਨੇ, ਨਹੀਂ। ਤਾਂ ਸਨ ਦੀ ਗ੍ਰੈਵਿਟੀ ਨਾਲ ਵੀ ਟਾਈਡਸ ਦੇ ਉੱਪਰ ਇਫੈਕਟ ਪੈਂਦਾ ਹੈ। ਜਦੋਂ ਸਨ ਐਂਡ ਮੂਨ ਐਂਡ ਅਰਥ ਤਿੰਨੇ ਇੱਕੋ ਸਟ੍ਰੇਟ ਲਾਈਨ ਦੇ ਵਿੱਚ ਹੁੰਦੇ ਨੇ ਤਾਂ ਸਨ ਐਂਡ ਮੂਨ ਦੀ ਜਿਹੜੀ ਗ੍ਰੈਵਿਟੇਸ਼ਨ ਫੋਰਸ ਆ ਉਹ ਇੱਕ ਹੀ ਡਾਇਰੈਕਸ਼ਨ ਵੱਲ ਨੂੰ ਲੱਗ ਰਹੀ ਹੁੰਦੀ ਹੈ ਅਤੇ ਇਸ ਦੇ ਕਰਕੇ ਜਿਹੜੇ ਟਾਈਡਸ ਨੇ ਉਹ ਜ਼ਿਆਦਾ ਹਾਈਟ ਤੱਕ ਜਾਂਦੀਆਂ ਨੇ। ਤਾਂ ਇਸ ਟਾਈਡ ਨੂੰ ਆਪਾਂ ਸਪਰਿੰਗ ਟਾਈਡ ਕਹਿੰਦੇ, ਜਦੋਂ ਜਿਹੜੀ ਟਾਈਡ ਆ ਇਹ ਜ਼ਿਆਦਾ ਹਾਈਟ ਤੱਕ ਜਾਂਦੀ ਆ, ਜ਼ਿਆਦਾ ਉੱਚੀ ਜਾਂਦੀ ਆ, ਉਸ ਟਾਈਡ ਨੂੰ ਆਪਾਂ ਸਪਰਿੰਗ ਟਾਈਡ ਕਹਿੰਦੇ ਹਾਂ। ਅਤੇ ਇਹ ਟਾਈਡ ਜਿਹੜੀਆਂ ਹੁੰਦੀਆਂ ਨੇ ਹਾਈ ਟਾਈਡ ਜਾਂ ਸਪਰਿੰਗ ਟਾਈਡਸ ਇਹ ਆਉਂਦੀਆਂ ਨੇ ਫੁੱਲ ਮੂਨ ਜਾਂ ਨਿਊ ਮੂਨ ਦੇ ਸਮੇਂ, ਕਿਉਂਕਿ ਉਸ ਸਮੇਂ ਅਰਥ ਸਨ ਐਂਡ ਮੂਨ ਤਿੰਨੇ ਹੀ ਇੱਕ ਸਟ੍ਰੇਟ ਲਾਈਨ ਦੇ ਵਿੱਚ ਹੁੰਦੇ ਨੇ। ਅਤੇ ਇੱਕ ਫਿਨੋਮੀਨਨ ਹੋਰ ਅਕਰ ਹੁੰਦਾ ਹੈ ਜਦੋਂ ਮੂਨ ਅਰਥ ਐਂਡ ਸਨ ਤਿੰਨੇ ਰਾਈਟ ਐਂਗਲ 'ਤੇ ਹੁੰਦੇ ਆ। ਅਰਥ ਜੋ ਸੈਂਟਰ 'ਚ ਹੁੰਦੀ ਆ, ਮੂਨ ਐਂਡ ਸਨ ਦਾ ਇੱਕ ਰਾਈਟ ਐਂਗਲ 90 ਡਿਗਰੀ ਦਾ ਐਂਗਲ ਬਣ ਰਿਹਾ ਹੁੰਦਾ। ਤਾਂ ਇਸ ਸਮੇਂ ਜਿਹੜੀ ਦੋਨਾਂ ਦੀ ਗ੍ਰੈਵਿਟੇਸ਼ਨ ਫੋਰਸ ਆ ਉਹ ਡਿਵਾਈਡ ਹੋ ਜਾਂਦੀ ਆ, ਕੈਂਸਲ ਹੋ ਜਾਂਦੀ। ਦੋਨਾਂ ਦੀ ਜਿਹੜੀ ਗ੍ਰੈਵਿਟੇਸ਼ਨ ਫੋਰਸ ਆ, ਮੂਨ ਹੋਰ ਸਾਈਡ ਨੂੰ ਗ੍ਰੈਵਿਟੇਸ਼ਨ ਫੋਰਸ ਲਗਾ ਰਿਹਾ, ਹੋਰ ਪਲੇਸ 'ਤੇ ਲਗਾ ਰਿਹਾ, ਅਤੇ ਸਨ ਹੋਰ ਪਲੇਸ 'ਤੇ ਗ੍ਰੈਵਿਟੇਸ਼ਨ ਫੋਰਸ ਲਗਾ ਰਿਹਾ। ਇਹਦੇ ਕਰਕੇ ਜਿਹੜੀ ਗ੍ਰੈਵਿਟੇਸ਼ਨ ਫੋਰਸ ਆ ਕੈਂਸਲ ਹੋ ਜਾਂਦਾ ਅਤੇ ਜਿਹੜੇ ਟਾਈਡ ਹੁੰਦੀ ਉਹ ਜ਼ਿਆਦਾ ਹਾਈਟ 'ਤੇ ਨਹੀਂ ਜਾ ਪਾਉਂਦੇ ਅਤੇ ਇਸ ਟਾਈਡ ਨੂੰ ਫਿਰ ਕਿਹਾ ਜਾਂਦਾ ਹੈਗਾ ਨੀਪ ਟਾਈਡ। ਤਾਂ ਨੀਪ ਟਾਈਡ ਦਾ ਜਿਹੜਾ ਹੈ ਸਮਾਂ ਇਹ ਕਦੋਂ ਹੁੰਦੀ ਹੈ, ਜਦੋਂ
ਫਸਟ ਕੁਆਟਰ ਜਾਂ ਲਾਸਟ ਕੁਆਟਰ ਹੁੰਦਾ ਹੈ ਮੂਨ ਦਾ। ਫਸਟ ਕੁਆਟਰ ਜਾਂ ਲਾਸਟ ਕੁਆਟਰ ਦੇ ਸਮੇਂ 'ਤੇ ਨੀਵ ਟਾਈਡ ਜਿਹੜੀਆਂ ਇਹ ਫਾਰਮ ਹੁੰਦੀਆਂ ਨੇ। ਇਸ ਤੋਂ ਬਾਅਦ ਨੈਕਸਟ ਹੈ ਹਾਈ ਟਾਈਡ ਐਂਡ ਲੋ ਟਾਈਡ। ਹਾਈ ਟਾਈਡ ਐਂਡ ਲੋ ਟਾਈਡ ਕੀ ਹੁੰਦੀ ਹੈ? ਵੈਨ ਦੀ ਗ੍ਰੈਵੀਟੇਸ਼ਨ ਪੁੱਲ is at its the highest point, the result is the high tide, which is the highest level of the tide. When the pull is at the lowest point, we say the low tide and the lowest level of the tide. ਤਾਂ ਜਦੋਂ ਗ੍ਰੈਵੀਟੇਸ਼ਨ ਫੋਰਸ ਆ ਜਿਹੜੀ ਗ੍ਰੈਵੀਟੇਸ਼ਨ ਪੁੱਲ ਆ ਸਨ ਦਾ ਜਾਂ ਮੂਨ ਦਾ ਉਹ ਆਪਣੇ ਹਾਈਐਸਟ ਲੈਵਲ 'ਤੇ ਹੁੰਦਾ, ਹਾਈਐਸਟ ਪੀਕ 'ਤੇ ਹੁੰਦਾ, ਤਾਂ ਪਾਣੀ ਬਿਲਕੁਲ ਅਟਰੈਕਟ ਹੋ ਜਾਂਦਾ ਉਹਨਾਂ ਵੱਲ ਨੂੰ, ਅਤੇ ਇਹ ਪਾਣੀ ਜਿਹੜਾ ਹੈ ਹਾਈਐਸਟ ਲੈਵਲ 'ਤੇ ਚਲਾ ਜਾਂਦਾ ਅਤੇ ਇਸ ਨੂੰ ਆਪਾਂ ਹਾਈ ਟਾਈਡ ਕਹਾਂ। ਜਿੱਦਾਂ ਕਿ ਆਪਾਂ ਪਿਕਸ ਵਿੱਚ ਦੇਖ ਰਹੇ ਹਾਂ, ਇੱਧਰ ਕਾਫੀ ਦੂਰ ਤੱਕ ਪਾਣੀ ਗਿਆ ਹੋਇਆ ਹੈ, ਕਾਫੀ ਆਪਣੇ ਹਾਈਐਸਟ ਲੈਵਲ 'ਤੇ ਪਾਣੀ ਆਇਆ ਹੋਇਆ, ਉਹਨੂੰ ਆਪਾਂ ਹਾਈ ਟਾਈਡ ਕਹਿ ਰਹੇ ਹਾਂ। ਅਤੇ ਜਿਹੜਾ ਅਟਰੈਕਸ਼ਨ ਆ ਗ੍ਰੈਵੀਟੇਸ਼ਨ ਪੁੱਲ ਆ ਉਹ ਲੋਐਸਟ ਲੈਵਲ 'ਤੇ ਹੁੰਦਾ, ਉੱਥੇ ਆਪਾਂ ਨੂੰ ਗ੍ਰੈਵੀਟੇਸ਼ਨ ਪੁੱਲ ਨਹੀਂ ਮਿਲ ਰਿਹਾ ਤਾਂ ਉਹਨੂੰ ਆਪਾਂ ਲੋਐਸਟ ਲੈਵਲ ਵਾਲੇ ਪੁਆਇੰਟ ਨੂੰ ਆਪਾਂ ਲੋ ਟਾਈਡ ਕਹਿੰਦੇ ਹਾਂ। ਆਪਾਂ ਇਮੇਜ ਰਾਹੀਂ ਦੇਖਦੇ ਹਾਂ, ਪਿੱਛੇ ਇਮੇਜ ਆਈ ਸੀ ਜਿੱਦਾਂ, ਇੱਥੇ ਦੇਖੋ ਜਿਹੜਾ ਤੇ ਨੀਅਰ ਪੁਆਇੰਟ ਜਾਂ ਨੀਅਰ ਟਾਈਡਲ ਵਰਲਡ ਐਂਡ ਫਾਰ ਟਾਈਡਲ ਵਰਲਡਸ ਆ, ਇਹ ਆਪਣੀਆਂ ਹੈਗੀਆਂ ਨੇ ਹਾਈ ਟਾਈਡਸ, ਦੋਨੋਂ ਹੀ ਹਾਈ ਟਾਈਡਸ ਨੇ, ਨੀਅਰ ਵੀ ਅਤੇ ਫਾਰ ਵੀ ਦੋਨੋਂ ਹੀ ਹਾਈ ਟਾਈਡਸ ਨੇ। ਬਟ ਇਹਨਾਂ ਦੇ ਵਿਚਕਾਰ ਆਪਾਂ ਜਾਂ ਕਹਿ ਲਓ ਵੀ ਨੌਰਥ ਸਾਈਡ ਐਂਡ ਸਾਊਥ ਸਾਈਡ 'ਤੇ ਜਿਹੜੀਆਂ ਵਰਲਡਸ ਬਣ ਰਹੀਆਂ, ਬਿਲਕੁਲ ਛੋਟੇ ਛੋਟੇ ਵਰਲਡਸ ਬਣ ਰਹੀਆਂ ਨੇ, ਇਹਨਾਂ ਨੂੰ ਆਪਾਂ ਕਹਾਂਗੇ ਲੋ ਟਾਈਡ ਵਰਲਡਸ। ਇਹ ਸਾਰੀਆਂ ਇੱਕੋ ਸਮੇਂ 'ਤੇ ਫੋਰਮ ਹੋ ਰਹੀਆਂ। ਜਦੋਂ ਹਾਈ ਟਾਈਡ ਫੋਰਮ ਹੋ ਰਹੀ ਆ ਵੈਸਟਰਨ ਈਸਟ ਸਾਈਡ ਦੇ ਅਰਥ 'ਤੇ, ਉਦੋਂ ਨੌਰਥ ਐਂਡ ਸਾਊਥ ਡਾਇਰੈਕਸ਼ਨ ਦੇ ਵਿੱਚ ਲੋ ਟਾਈਡਸ ਫੋਰਮ ਹੋ ਰਹੀਆਂ ਨੇ। ਇੱਥੇ ਡਾਇਰੈਕਸ਼ਨ ਸਿਰਫ ਇਹਦੀ ਜੋ ਇਮੇਜ ਹੈ ਸਮਝਾਉਣ ਲਈ ਹੀ ਵਰਤੀਆਂ ਗਈਆਂ ਨੇ। ਨੈਕਸਟ ਆ ਟਾਈਪਸ ਆਫ ਟਾਈਡਸ। ਟਾਈਪਸ ਜਿਹੜੀਆਂ ਹੈ ਟਾਈਡਸ ਨੇ ਕਈ ਤਰੀਕਿਆਂ ਨਾਲ ਇਹਨੂੰ ਅਲੱਗ-ਅਲੱਗ ਟਾਈਪਸ ਦੇ ਵਿੱਚ ਡਿਵਾਈਡ ਕੀਤਾ ਗਿਆ, ਜਿੱਦਾਂ ਕਿ ਇੱਥੇ ਬੇਸਡ ਔਨ ਦੀ ਨੰਬਰ ਆਫ ਹਾਈ ਐਂਡ ਲੋ ਟਾਈਡ, ਕਿੰਨੀਆਂ ਹਾਈ ਟਾਈਡਸ ਐਂਡ ਲੋ ਟਾਈਡਸ ਆ ਰਹੀਆਂ, ਉਹਨਾਂ ਦੇ ਨੰਬਰਸ ਦੇ ਬੇਸਿਸ 'ਤੇ ਜਿਹੜੇ ਟਾਈਡਸ ਨੇ ਉਹਨਾਂ ਨੂੰ ਡਿਵਾਈਡ ਕੀਤਾ ਗਿਆ। ਤਾਂ ਇਹਨਾਂ ਨੂੰ ਮੇਨਲੀ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਜੋ ਫਸਟ ਹੈ ਡੈਟ ਇਜ਼ ਦੀ ਸੈਮੀ ਡਿਊਰੇਨਲ, ਸੈਕਿੰਡ ਹੈ ਡਿਊਰੇਨਲ ਟਾਈਡਸ ਐਂਡ ਥਰਡ ਇਜ਼ ਦੀ ਮਿਕਸ ਟਾਈਡ। ਤਾਂ 3 ਟਾਈਪਸ ਦੀਆਂ ਇਹ ਟਾਈਡਸ ਹੈ। ਸੈਮੀ ਡਿਊਰੇਨਲ ਮਤਲਬ ਕਿ ਕਿੰਨੀਆਂ ਹਾਈ ਟਾਈਡਸ ਅਤੇ ਕਿੰਨੀਆਂ ਲੋ ਟਾਈਡਸ ਆ ਰਹੀਆਂ ਨੇ ਇੱਕ ਦਿਨ ਦੇ ਵਿੱਚ, ਉਹਨਾਂ ਟਾਈਡਸ ਦੀ ਗਿਣਤੀ ਦੇ ਅਕੋਰਡਿੰਗ ਇਹਨਾਂ ਨੂੰ ਆਪਾਂ ਡਿਵਾਈਡ ਕੀਤਾ। ਜੋ ਸੈਮੀ ਡਿਊਰੇਨਲ ਟਾਈਡ ਆ ਇਹਦੇ ਵਿੱਚ ਕੀ ਹੈ, ਜਿਹੜੀਆਂ ਹਾਈ ਟਾਈਡਸ ਨੇ ਉਹਨਾਂ ਦੀ ਗਿਣਤੀ 2 ਹੁੰਦੀ ਹੈ ਅਤੇ ਲੋ ਟਾਈਡਸ ਦੀ ਗਿਣਤੀ ਵੀ 2 ਹੁੰਦੀ ਹੈ, ਅਤੇ ਦੋਨਾਂ ਦੀ ਜਿਹੜੀ ਹਾਈ ਟਾਈਡਸ ਉਹਨਾਂ ਦੀ ਜਿਹੜੀ ਹਾਈਟ ਹੁੰਦੀ ਹੈ ਬਿਲਕੁਲ ਸੇਮ ਹੁੰਦੀ ਹੈ। ਜਿੰਨੀ ਹਾਈਟ ਦੀ ਹਾਈ ਟਾਈਡ ਸੁਬਾਹ ਆਈ ਸੀ ਜਾਂ ਪਹਿਲਾਂ ਆਈ ਸੀ ਦਿਨ ਵਿੱਚ, ਉਨੀ ਹੀ ਹਾਈ ਟਾਈਡ ਦੀ ਬਿਲਕੁਲ ਸੇਮ ਐਗਜ਼ੈਕਟ ਸੇਮ ਹਾਈ ਟਾਈਡ ਬਾਅਦ ਦੇ ਵਿੱਚ ਆਏਗੀ। ਅਤੇ ਸਿਮਿਲਰਲੀ ਜਿਹੜੀ ਲੋ ਟਾਈਡ ਆ, ਲੋ ਟਾਈਡ ਦੀ ਜਿਹੜੀ ਹਾਈਟ ਆ ਜਾਂ ਡੈਪਥ ਕਹਿ ਲਓ ਉਹ ਬਿਲਕੁਲ ਸੇਮ ਹੋਊਗੀ। ਤਾਂ ਇਕੁਅਲ ਹਾਈ ਟਾਈਡਸ ਹੁੰਦੀਆਂ ਨੇ 2 ਅਤੇ ਇਕੁਅਲ ਹੀ ਲੋ ਟਾਈਡਸ ਹੁੰਦੀਆਂ ਨੇ, ਜਿੱਦਾਂ ਕਿ ਇੱਧਰ ਆਪਾਂ ਇਮੇਜ ਵਿੱਚ ਦੇਖ ਸਕਦੇ ਹਾਂ। ਤਾਂ ਸੈਮੀ ਡਿਊਰੇਨਲ ਟਾਈਡਸ ਦੇ ਵਿੱਚ ਜਿਹੜੀਆਂ ਹਾਈ ਟਾਈਡਸ ਨੇ ਉਹਨਾਂ ਦੀ ਜਿਹੜੀ ਹਾਈਟ ਆ 2 ਹਾਈ ਟਾਈਡਸ ਨੇ ਬਿਲਕੁਲ ਸੇਮ ਹਾਈ ਟਾਈਡਸ ਨੇ, ਅਤੇ ਬਿਲਕੁਲ ਹੀ ਸੇਮ ਲੋ ਟਾਈਡਸ ਨੇ, ਇਹਨੂੰ ਆਪਾਂ ਸੈਮੀ ਡਿਊਰੇਨਲ ਟਾਈਡਸ ਕਹਿੰਦੇ ਹਾਂ। ਸੈਕਿੰਡ ਹੈ ਡਿਊਰੇਨਲ ਟਾਈਡਸ, ਇਹਦੇ ਵਿੱਚ ਸਿਰਫ ਇੱਕੋ ਹੀ ਹਾਈ ਟਾਈਡ ਹੁੰਦੀ ਹੈ ਅਤੇ ਇੱਕ ਹੀ ਲੋ ਟਾਈਡ ਹੁੰਦੀ ਹੈ। ਪੂਰੇ ਦਿਨ ਦੇ ਵਿੱਚ ਸਿਰਫ ਇੱਕ ਹਾਈ ਟਾਈਡ ਆਏਗੀ ਅਤੇ ਇੱਕ ਹੀ ਲੋ ਟਾਈਡ ਆਏਗੀ। ਅਤੇ ਜਿਹੜੀ ਇਹ ਫਿਨੋਮੀਨਨ ਇਹ ਆਪਾਂ ਨੂੰ ਗਲਫ ਆਫ ਮੈਕਸੀਕੋ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ। ਇਹਨੂੰ ਆਪਾਂ ਅੱਗੇ ਇਮੇਜ ਦੇ ਵਿੱਚ ਦੇਖ ਸਕਦੇ ਹਾਂ। ਤਾਂ ਡਿਊਰੇਨਲ ਟਾਈਡ ਦੇ ਵਿੱਚ ਸਿਰਫ ਇੱਕ ਹੀ ਹਾਈ ਟਾਈਡ ਆ ਅਤੇ ਇੱਕ ਹੀ ਲੋ ਟਾਈਡ ਆ। ਨੈਕਸਟ ਹੈ ਮਿਕਸਡ। ਤਾਂ ਮਿਕਸਡ ਜਿਵੇਂ ਕਿ ਨਾਮ ਤੋਂ ਪਤਾ ਲੱਗ ਗਿਆ, ਜਿਹੜੇ ਪਹਿਲੀਆਂ 2 ਟਾਈਡਸ ਹੈ ਇਹਨਾਂ ਦੋਨਾਂ ਦੇ ਮਿਕਸਡ ਫੀਚਰ ਹੈ। ਸੈਮੀ ਐਂਡ ਡਿਊਰੇਨਲ ਟਾਈਪਸ ਨੂੰ ਜਦੋਂ ਮਿਲਾ ਦਿੱਤਾ ਜਾਂਦਾ ਤਾਂ ਦੋਨਾਂ ਨੂੰ ਮਿਲਾਉਣ ਤੋਂ ਬਾਅਦ ਜਿਹੜੀ ਫਾਰਮ ਹੁੰਦੀ ਟਾਈਡ ਇਹਦੀ ਮਿਕਸਡ। ਇਹਦੇ ਵਿੱਚ ਹਾਈ ਟਾਈਡਸ ਵੀ 2 ਨੇ ਐਂਡ ਲੋ ਟਾਈਡਸ ਵੀ 2 ਨੇ, ਬਟ ਫਰਕ ਕੀ ਹੈ ਸੈਮੀ ਡਿਊਰੇਨਲ ਦੇ ਨਾਲੋਂ, ਇਹਦਾ ਫਰਕ ਹੈ ਜਿਹੜੀ ਇਹਦੀ ਹਾਈਟ ਹੁੰਦੀ ਆ ਹਾਈ ਟਾਈਡਸ ਐਂਡ ਲੋ ਟਾਈਡਸ ਦੀ ਉਹ ਸੇਮ ਨਹੀਂ ਹੁੰਦੀ। ਤਾਂ ਇੱਥੇ 2 ਅਨਇਕੁਅਲ ਹਾਈ ਟਾਈਡਸ ਐਂਡ 2 ਅਨਇਕੁਅਲ ਲੋ ਟਾਈਡਸ ਹੁੰਦੀਆਂ ਨੇ, ਤਾਂ ਉਹਨੂੰ ਆਪਾਂ ਮਿਕਸਡ ਟਾਈਡਸ ਕਹਿੰਦੇ ਆ। ਇਹ ਜਿਹੜੇ ਟਾਈਪਸ ਨੇ ਇਹਨਾਂ ਦੀਆਂ ਕਲਾਸੀਫਿਕੇਸ਼ਨ ਨੇ ਟਾਈਡਸ ਦੀਆਂ, ਇਹ ਔਨ ਦੀ ਬੇਸਿਸ ਆਫ ਦੀ ਨੰਬਰਸ ਆਫ ਦੀ ਹਾਈ ਟਾਈਡਸ ਐਂਡ ਦੀ ਲੋ ਟਾਈਡਸ।
ਸੈਕਿੰਡ ਹੈ ਸਪਰਿੰਗ ਟਾਈਡ ਐਂਡ ਨੀਪ ਟਾਈਡ। ਇਹ ਜੋ ਜਿਓਮੈਟ੍ਰਿਕ ਰਿਲੇਸ਼ਨਸ਼ਿਪਸ ਫੋਰਮ ਹੋ ਰਹੀਆਂ ਨੇ ਅਰਥ ਸਨ ਐਂਡ ਮੂਨ ਦੇ ਵਿਚਕਾਰ, ਉਹਨਾਂ ਦੇ ਅਕੋਰਡਿੰਗ ਜਿਹੜੀਆਂ ਟਾਈਪਸ ਨੇ ਇਹ ਸਪਰਿੰਗ ਟਾਈਡ ਐਂਡ ਨੀਪ ਟਾਈਡ ਦੇ ਵਿੱਚ ਡਿਵਾਈਡ ਕੀਤਾ, ਜਿਹਨਾਂ ਦੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਸੀ। ਦੁਬਾਰਾ ਇਹਨਾਂ ਦੀ ਆਪਾਂ ਗੱਲ ਡਿਟੇਲ ਵਿੱਚ ਕਰਦੇ ਹਾਂ। ਸਪਰਿੰਗ ਟਾਈਡਸ। ਸਪਰਿੰਗ ਟਾਈਡਸ are tides that occur when the earth, moon and sun are aligned and the tidal range between the high and low tide is at its maximum. It happens basically twice a month during the full moon and the new moon. At these times the three bodies are in line and the gravitation pull reinforce each other and the spring tide is happening and we see higher than the average high tide and the lower than the lower tide। ਜੋ ਸਪਰਿੰਗ ਟਾਈਡਸ ਨੇ ਇਹ ਉਦੋਂ ਫਾਰਮ ਹੁੰਦੀਆਂ ਨੇ ਜਦੋਂ ਅਰਥ, ਮੂਨ ਐਂਡ ਸਨ ਤਿੰਨੇ ਇੱਕੋ ਲਾਈਨ ਦੇ ਵਿੱਚ ਹੁੰਦੇ ਨੇ, ਤਾਂ ਉਸ ਸਮੇਂ ਜਿਹੜੀਆਂ ਹਾਈ ਟਾਈਡ ਹੁੰਦੀ ਹੈ ਜ਼ਿਆਦਾ ਹਾਈ ਹੁੰਦੀ ਹੈ, ਜਿਹੜੀ ਲੋ ਟਾਈਡ ਹੁੰਦੀ ਹੈ ਜ਼ਿਆਦਾ ਲੋ ਹੁੰਦੀ ਹੈ। ਸੋ ਹਾਈ ਟਾਈਡ ਇਜ਼ ਹਾਇਰ ਦੈਨ ਦੀ ਐਵਰੇਜ ਹਾਈ ਟਾਈਡ ਐਂਡ ਲੋਅਰ ਟਾਈਡ ਇਜ਼ ਦੀ ਲੋਅਰ ਦੈਨ ਦੀ ਐਵਰੇਜ ਲੋਅਰ ਟਾਈਡ। ਤਾਂ ਇਹ ਦੋਨੇ ਜਿਹੜੀਆਂ ਹਾਈ ਟਾਈਡ ਹੈ ਲੋਅ ਟਾਈਡ ਆਪਣੇ ਮੈਕਸੀਮਮ 'ਤੇ ਹੁੰਦੀਆਂ ਨੇ। ਇਹਦਾ ਕਾਰਨ ਕੀ ਹੁੰਦਾ? ਇਹਦਾ ਕਾਰਨ ਹੁੰਦਾ ਵੀ ਜਿਹੜਾ ਮੂਨ ਐਂਡ ਸਨ ਦੀ ਜੋ ਗ੍ਰੈਵੀਟੇਸ਼ਨ ਪੁਲਿੰਗ ਆ ਉਹ ਸੇਮ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਹੁੰਦੀ ਹੈ, ਤਾਂ ਪਾਣੀ ਨੂੰ ਗ੍ਰੈਵੀਟੇਸ਼ਨ ਫੋਰਸ ਜ਼ਿਆਦਾ ਪੁੱਲ ਕਰਦੇ, ਉਹਦੇ ਕਰਕੇ ਜਿਹੜੀ ਇਹ ਟਾਈਡਸ ਨੇ ਆਪਣੇ ਮੈਕਸੀਮਮ ਤੇ ਪਹੁੰਚਦੀਆਂ ਨੇ। ਇਹਨਾਂ ਜਿਹੜੇ ਫੇਜ਼ਸ ਨੇ ਇਹ ਮੂਨ ਦੇ ਫੁੱਲ ਮੂਨ ਐਂਡ ਨਿਊ ਮੂਨ ਫੇਜ਼ਸ ਦੇ ਟਾਈਮ 'ਤੇ ਅਕਰ ਕਰਦੀਆਂ ਸਪਰਿੰਗ ਟਾਈਡਸ। ਓਕੇ ਦੈਨ ਇਹਦੀ ਜੋ ਆਪਾਂ ਦੇਖ ਸਕਦੇ ਡਾਇਗਰਾਮ ਦੇ ਥਰੂ ਸਨ, ਮੂਨ ਐਂਡ ਅਰਥ ਤਿੰਨੇ ਹੀ ਇੱਕੋ ਲਾਈਨ ਦੇ ਵਿੱਚ ਆ, ਤਾਂ ਤਿੰਨੋਂ ਇੱਕੋ ਲਾਈਨ ਦੇ ਵਿੱਚ ਹੋਣ ਕਰਕੇ ਇੱਕ ਡਾਇਰੈਕਸ਼ਨ ਤੋਂ ਸਨ ਪੂਲਿੰਗ ਕਰ ਰਿਹਾ, ਦੂਜੇ ਪਾਸੇ ਮੂਨ ਪੂਲਿੰਗ ਕਰ ਰਿਹਾ ਜੀ। ਤਾਂ ਇਹਨਾਂ ਦੋਨਾਂ ਦੀ ਪੂਲਿੰਗ ਹੋਣ ਦੇ ਨਾਲ ਕੀ ਜਿਹੜਾ ਵਰਲਡਸ ਆ ਟਾਈਡਲ ਵਰਲਡਸ ਆ ਇਹ ਜ਼ਿਆਦਾ ਬੜਾ ਫਾਰਮ ਹੋ ਰਿਹਾ। ਜਿਹੜੀ ਹਾਈ ਟਾਈਡ ਆ ਉਹ ਜ਼ਿਆਦਾ ਹਾਈਐਸਟ ਲੈਵਲ 'ਤੇ ਹਾਈਐਸਟ ਪੀਕ 'ਤੇ ਆ। ਸਿਮਿਲਰਲੀ ਜਿਹੜੀ ਲੋ ਟਾਈਡ ਸੀਗੀ, ਲੋ ਟਾਈਡ ਵੀ ਆਪਣੀ ਲੋਐਸਟ ਪੁਆਇੰਟ 'ਤੇ ਚਲੀ ਜਾਊਗੀ, ਕਿਉਂਕਿ ਜਿਹੜਾ ਹਾਈਐਸਟ ਲੈਵਲ 'ਤੇ ਚਲੀ ਗਈ ਹੈ ਜਿਹੜੀ ਜੋ ਹਾਈ ਟਾਈਡ ਉਹ ਆਪਣੇ ਹਾਈਐਸਟ ਲੈਵਲ 'ਤੇ ਜਾਣ ਕਰਕੇ ਜਿਹੜੀ ਲੋ ਟਾਈਡ ਉਹ ਆਪਣੇ ਲੋਐਸਟ ਪੁਆਇੰਟ 'ਤੇ ਚਲੀ ਗਈ ਹੈ। ਜੋ ਡਾਇਗਰਾਮ ਹੈ ਇਹ ਸਪਰਿੰਗ ਟਾਈਡ ਦੀ ਡਾਇਗਰਾਮ ਹੈ। ਦੈਨ ਨੀਪ ਟਾਈਡ। ਨੀਪ ਟਾਈਡ ਦੀ ਆਪਾਂ ਪਹਿਲਾਂ ਡਾਇਗਰਾਮ ਦੇਖਦੇ ਹਾਂ। ਤਾਂ ਨੀਪ ਟਾਈਡ ਉਸ ਸਮੇਂ ਫਾਰਮ ਹੁੰਦੀ ਹੈ ਜਦੋਂ ਸਨ ਐਂਡ ਮੂਨ ਦੋਨੋਂ ਰਾਈਟ ਐਂਗਲ 'ਤੇ ਹੁੰਦੇ ਨੇ, 90 ਡਿਗਰੀ 'ਤੇ ਹੁੰਦੇ ਨੇ, ਅਤੇ ਜੋ ਅਰਥ ਹੁੰਦੀ ਇਹਨਾਂ ਦੇ ਵਿਚਕਾਰ ਹੁੰਦੀ ਆ। A few weeks after the spring tides we see the neap tides. The tides are the occur when the moon and sun occur at the right angles or the orbits the sun and the tidal range between the high and low tides is at the minimum. The neap tide occurs when the moon is at the first and last quarter. ਓਕੇ ਇਸ ਸਮੇਂ ਕੀ ਹੁੰਦਾ ਜਿਹੜੇ ਸਪਰਿੰਗ ਟਾਈਡ ਆ ਕੇ ਚਲੇ ਗਏ, ਤਾਂ ਸਪਰਿੰਗ ਟਾਈਡ ਤੋਂ ਕੁਛ ਦਿਨਾਂ ਬਾਅਦ ਜਾਂ ਕੁਛ ਵੀਕਸ ਤੋਂ ਬਾਅਦ ਜਿਹੜੀ ਟਾਈਡਸ ਆਉਂਦੀਆਂ ਡੈਟ ਆਰ ਦੀ ਨੀਪ ਟਾਈਡਸ। ਇਹ ਜਦੋਂ ਮੂਨ ਦੇ ਫਸਟ ਐਂਡ ਲਾਸਟ ਕੁਆਟਰ ਦੇ ਵਿੱਚ ਮੂਨ ਹੁੰਦਾ ਤਾਂ ਉਸ ਸਮੇਂ ਇਹ ਅਕਰ ਕਰਦੀ ਆ। ਇਸ ਸਮੇਂ ਸਨ ਐਂਡ ਅਰਥ ਜਿਹੜੇ ਹੈਗੇ ਨੇ ਉਹ ਰਾਈਟ ਐਂਗਲ 'ਤੇ ਹੁੰਦੇ ਨੇ, 90 ਡਿਗਰੀ ਦਾ ਕੋਣ ਬਣਾ ਰਹੇ ਹੁੰਦੇ ਨੇ। ਤਾਂ ਇਸ ਸਮੇਂ ਸਨ ਐਂਡ ਮੂਨ ਦੀ ਜੋ ਗ੍ਰੈਵੀਟੇਸ਼ਨ ਫੋਰਸ ਹੁੰਦੀ ਹੈ, ਗ੍ਰੈਵੀਟੇਸ਼ਨ ਫੀਲਡ ਹੁੰਦੀ ਆ ਜਾਂ ਪੂਲਿੰਗ ਫੋਰਸ ਆ ਉਹ ਆਪਸ ਕੈਂਸਲ ਹੋ ਜਾਂਦੀ ਹੈ, ਅਤੇ ਉਹਦੇ ਕਰਕੇ ਜਿਹੜੀਆਂ ਇਹ ਨੀਪ ਟਾਈਡਸ ਫਾਰਮ ਹੁੰਦੀਆਂ ਨੇ। ਇਸ ਸਮੇਂ ਜਿਹੜੀ ਆਪਣੇ ਟਾਈਡਸ ਨੇ ਉਹ ਆਪਣੇ ਮਿਨੀਮਮ ਲੈਵਲ 'ਤੇ ਹੁੰਦੀਆਂ ਨੇ, ਸਭ ਤੋਂ ਲੋਐਸਟ ਲੈਵਲ 'ਤੇ ਹੁੰਦੀਆਂ ਨੇ। ਦੈਨ ਟਾਈਡ ਜਨਰੇਟਿੰਗ ਫੋਰਸਸ ਕਿਹੜੀਆਂ ਫੋਰਸਸ ਨੇ ਜਿਨ੍ਹਾਂ ਦੁਆਰਾ ਕਿ ਜਿਹੜੀਆਂ ਆਪਣੀਆਂ ਟਾਈਡਸ ਨੇ ਫਾਰਮ ਹੁੰਦੀਆਂ ਨੇ। ਤਾਂ ਇਹਦੇ ਵਿੱਚ ਮੇਨ ਜਿਹੜੇ ਫੋਰਸਸ ਨੇ ਉਹ ਸਨ ਐਂਡ ਮੂਨ ਦੀਆਂ ਹੀ ਫੋਰਸਸ ਨੇ ਜਿਨ੍ਹਾਂ ਦੀ ਫੋਰਸਸ ਦੁਆਰਾ ਇਹ ਟਾਈਡਸ ਫਾਰਮ ਹੁੰਦੇ ਨੇ। ਇਹਦੇ ਵਿੱਚ ਸਨ ਦੀ ਜਿਹੜੀ ਉਹ ਗ੍ਰੈਵੀਟੇਸ਼ਨ ਫੋਰਸ ਆ, ਮੂਨ ਦੀ ਗ੍ਰੈਵੀਟੇਸ਼ਨ ਫੋਰਸ ਆ, ਅਤੇ ਅਰਥ ਦੀ ਸੈਂਟਰੀਫਿਊਗਲ ਫੋਰਸ ਆ, ਇਹਨਾਂ ਫੋਰਸਸ ਦੇ ਦੁਆਰਾ ਜਿਹੜੀ ਹੈਗੇ ਨੇ ਟਾਈਡਸ ਫਾਰਮ ਹੁੰਦੀਆਂ ਨੇ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਵੀ ਅਰਥ ਦੀ ਗ੍ਰੈਵੀਟੇਸ਼ਨ ਫੋਰਸ ਮੂਨ ਦੇ ਕੰਪੈਰੀਜ਼ਨ ਬਹੁਤ ਜ਼ਿਆਦਾ ਹੈਗੀ ਆ। ਅਰਥ ਕੋਲੇ ਮਾਸ ਬਹੁਤ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਮੂਨ ਔਰ ਐਜ਼ ਕੰਪੇਅਰ ਟੂ ਅਰਥ। ਇਹਦੇ ਵਿੱਚ ਆਪਾਂ ਦੇਖ ਸਕਦੇ ਜਿਹੜਾ ਵਾ ਸਨ ਦਾ ਮਾਸ ਆ ਉਹ 3,32,000 ਅਰਥ ਮਾਸਸ ਦੇ ਇਕੁਇਵਲੈਂਟ ਆ, ਅਤੇ ਜਿਹੜਾ ਮੂਨ ਦਾ ਮਾਸ ਆ ਉਹ ਅਰਥ ਦੇ ਮਾਸ ਦਾ ਸਿਰਫ 1.2% ਹੀ ਆ। ਤਾਂ ਮੂਨ ਕੋਲ ਜਿਹੜਾ ਮਾਸ ਆ ਅਰਥ ਦੇ ਸਿਰਫ 1.2 ਹੈ, ਐਂਡ ਜਿਹੜਾ ਸਨ ਦਾ ਮਾਸ ਆ ਉਹ 3 ਲੱਖ ਤੋਂ ਅਬਵ ਹੈ।
ਤਾਂ ਇੰਨੇ ਮਾਸ 'ਤੇ ਹੋਣ ਦੇ ਬਾਵਜੂਦ, ਇੰਨੀ ਗ੍ਰੈਵੀਟੇਸ਼ਨ ਫੋਰਸ 'ਤੇ ਹੋਣ ਦੇ ਬਾਵਜੂਦ ਵੀ ਸਨ ਦਾ ਇਫੈਕਟ ਆ ਜਿਹੜਾ ਉਹ ਘੱਟ ਪੈ ਰਿਹਾ ਹੈਗਾ ਟਾਈਡਲ ਦੇ ਵਿੱਚ, ਟਾਈਡਸ ਫੋਰਮੇਸ਼ਨ ਦੇ ਵਿੱਚ ਮੂਨ ਦੇ ਕੰਪੈਰੀਜ਼ਨ। ਉਹਦਾ ਕੀ ਕਾਰਨ? ਉਹਦਾ ਕਾਰਨ ਆ distance between earth and sun and distance between the moon and earth, that distance ਆ ਨੀਅਰਲੀ ਜੋ ਡਿਸਟੈਂਸ ਆ ਅਰਥ ਐਂਡ ਸਨ ਦੇ ਵਿਚਕਾਰ ਉਹ ਹੈ 149.5 ਮਿਲੀਅਨ ਕਿਲੋਮੀਟਰ। ਤਾਂ ਇਹ ਡਿਸਟੈਂਸ ਬਹੁਤ ਜ਼ਿਆਦਾ ਹੈ। ਅਤੇ ਮੂਨ ਦਾ ਜੋ ਡਿਸਟੈਂਸ ਆ ਉਹ ਬਹੁਤ ਘੱਟ ਆ, ਉਹ ਸਿਰਫ 3,84,000 ਕਿਲੋਮੀਟਰ ਹੀ ਹੈ, ਜਿਹੜਾ ਕਿ ਬਹੁਤ ਕਲੋਜ਼ਰ ਆ ਮੂਨ ਐਜ਼ ਕੰਪੇਅਰ ਟੂ ਸਨ, ਅਰਥ ਦੇ। ਤਾਂ ਜਿਹੜੀ ਮੂਨ ਦੀ ਗ੍ਰੈਵੀਟੇਸ਼ਨ ਫੋਰਸ ਆ ਉਹਦਾ ਜ਼ਿਆਦਾ ਇਫੈਕਟ ਪੈਂਦਾ ਹੈ। ਇਹ ਤੋਂ ਇਲਾਵਾ ਜਿਹੜੀ ਕੁਆਂਟੀਟਿਵ ਐਨਾਲਾਈਜ਼ ਕੀਤਾ ਗਿਆ ਉਹਦੇ ਦੁਆਰਾ ਸ਼ੋ ਹੁੰਦਾ ਜਿਹੜਾ ਡਿਫਰੈਂਸਿਸ ਨੇ ਗ੍ਰੈਵੀਟੇਸ਼ਨ ਫੋਰਸਿਸ ਦੇ ਅਰਥ ਅਤੇ ਸਨ ਦੇ ਵਿਚਕਾਰ, ਉਹ ਪ੍ਰਪੋਰਸ਼ਨਲੀ ਕਿਊਬ ਡਿਫਰੈਂਸ ਆਫ ਅਰਥ ਐਂਡ ਮੂਨ ਐਂਡ ਅਰਥ ਐਂਡ ਸਨ ਦੇ ਡਿਸਟੈਂਸਿਸ ਦੇ, ਉਹਦੇ ਕਰਕੇ ਵੀ ਇਹਦਾ ਇਫੈਕਟ ਪੈਂਦਾ ਹੈ। ਜੋ ਸਨ ਇਫੈਕਟ ਪਾਉਂਦਾ ਹੈ ਟਾਈਡਲ ਦੀ ਫੋਰਮੇਸ਼ਨ ਦੇ ਵਿੱਚ, ਉਹ ਸਿਰਫ ਅਤੇ ਸਿਰਫ 46% ਹੀ ਪਾਰਟੀਸਪੇਸ਼ਨ ਕਰਦਾ ਹੈ, ਜਿੰਨਾ ਕਿ ਮੂਨ ਕਰਦਾ। ਉਹਦੀ ਪਾਰਟੀਸਪੇਸ਼ਨ ਦਾ ਸਿਰਫ 46% ਹੀ ਪਾਰਟੀਸਪੇਸ਼ਨ ਕੀਤਾ ਜਾਂਦਾ ਗਾ ਸਨ ਦੁਆਰਾ ਟਾਈਡਲ ਜਨਰੇਟਿੰਗ ਫੋਰਸ ਦੇ ਵਿੱਚ। ਦੈਨ ਇਫੈਕਟਸ ਕੀ ਪੈਂਦੇ ਨੇ, ਕਿਹੜੇ ਰੀਜ਼ਨਸ ਨੂੰ ਟਾਈਡਸ ਜਿਹੜੀਆਂ ਇਫੈਕਟ ਕਰਦੀਆਂ ਨੇ। ਇਫੈਕਟ ਜਿਹੜੀਆਂ ਟਾਈਡਸ ਨੇ ਇਹਦਾ ਇਫੈਕਟ ਮੇਨਲੀ ਕੋਸਟਲ ਰੀਜਨ ਉੱਪਰ ਹੀ ਪੈਂਦਾ। ਜੇਕਰ ਕੋਈ ਵੀ ਪਰਸਨ ਕੰਟੀਨੈਂਟਲ ਦੇ ਇੰਟੀਰੀਅਰ ਦੇ ਵਿੱਚ ਰਹਿ ਰਿਹਾ ਤਾਂ ਉਹਦੇ ਉੱਪਰ ਟਾਈਡਸ ਦਾ ਕੋਈ ਇਫੈਕਟ ਨਹੀਂ ਪੈਂਦਾ। ਤਾਂ ਟਾਈਡਸ ਦਾ ਜਿਹੜਾ ਇਫੈਕਟ ਆ ਮੇਨਲੀ ਕੋਸਟਲ ਰੀਜਨ ਉੱਪਰ ਹੀ ਪੈਂਦਾ ਹੈ। ਉਹਦਾ ਕੀ ਰੀਜ਼ਨ, ਕੀ ਇਫੈਕਟਸ ਪੈਂਦੇ ਨੇ, ਉਹਦੇ ਬਾਰੇ ਆਪਾਂ ਡਿਸਕਸ਼ਨ ਕਰਦੇ ਹਾਂ। ਹਾਈ ਟਾਈਡਸ ਜਦੋਂ ਅਕਰ ਕਰਦੀਆਂ ਨੇ ਤਾਂ ਆਪਣੇ ਨਾਲ ਸੈਂਡ ਵਗੈਰਾ ਜਾਂ ਸੀ ਐਨੀਮਲਸ ਵਗੈਰਾ ਇੱਦਾਂ ਦੇ ਮਟੀਰੀਅਲ ਨੂੰ ਨਾਲ ਲੈ ਆਉਂਦੇ। ਜਦੋਂ ਇਸ ਤੋਂ ਬਾਅਦ ਲੋ ਟਾਈਡ ਆਉਂਦੀ ਆ ਤਾਂ ਉਹ ਜਿਹੜਾ ਵੀ ਸੈਡੀਮੈਂਟਸ ਹੁੰਦੇ ਨੇ ਉਹਨਾਂ ਨੂੰ ਉੱਥੇ ਹੀ ਛੱਡ ਜਾਂਦਾ, ਤਾਂ ਉਹ ਮਟੀਰੀਅਲ ਨੂੰ ਇਸ ਤੋਂ ਬਾਅਦ ਹਿਊਮਨਸ ਦੁਆਰਾ ਯੂਜ਼ ਕੀਤਾ ਜਾਂਦਾ। ਸੈਡੀਮੈਂਟਸ ਨੂੰ, ਸੈਂਡ ਨੂੰ ਜਾਂ ਹੋਰ ਜੋ ਵੀ ਮਟੀਰੀਅਲ ਆਉਂਦਾ ਉਹਨੂੰ ਇਸ ਤੋਂ ਬਾਅਦ ਯੂਜ਼ ਕੀਤਾ ਜਾਂਦਾ ਗਾ। ਸ਼ੋਰ ਲਾਈਨਸ ਨੂੰ ਐਨਰਿਚ ਕਰ ਦਿੱਤੀ ਜਾਂਦੀ ਹੈ ਅਤੇ ਇਹ ਸਾਰੇ ਮਟੀਰੀਅਲ ਨੂੰ ਟਰਾਂਸਪੋਰਟ ਕਰਦੀਆਂ ਨੇ ਇਹ ਟਾਈਡਸ। ਟਾਈਡਸ ਫੀਡ ਦੀ ਐਸਚੂਰੀਜ਼। ਜੋ ਐਸਚੂਰੀਜ਼ ਹੁੰਦੀਆਂ ਨੇ ਫਰੈਸ਼ ਵਾਟਰ ਐਂਡ ਓਸ਼ਨ ਵਾਟਰ ਦਾ ਮਿਕਸ ਹੁੰਦੀਆਂ ਅਤੇ ਇਹਨਾਂ ਨੂੰ ਐਸਚੂਰੀਜ਼ ਨੂੰ ਜੋ ਫੈਡ ਕਰਦੀਆਂ ਨੇ ਓਸ਼ਨ ਵਾਟਰ ਜਿਹੜਾ ਐਡ ਇਹਦੇ ਵਿੱਚ ਕਰਦੀਆਂ ਨੇ ਉਹ ਟਾਈਡਸ ਹੀ ਕਰਦੀਆਂ। ਜਦੋਂ ਹਾਈ ਟਾਈਡ ਆਉਂਦੀ ਹੈ ਤਾਂ ਉਸ ਹਾਈ ਟਾਈਡ ਦੇ ਸਮੇਂ ਜਿਹੜਾ ਓਸ਼ਨ ਵਾਟਰ ਉਹ ਉਸ ਫਰੈਸ਼ ਵਾਟਰ ਦੇ ਵਿੱਚ ਮਿਕਸ ਹੋ ਜਾਂਦਾ ਅਤੇ ਇਸ ਮਿਕਸ ਹੋਣ ਦੇ ਨਾਲ ਕਾਫੀ ਜੋ ਲਾਈਫਸ ਨੇ, ਬਾਇਓਡਾਇਵਰਸਿਟਿਕ ਲਾਈਫਸ ਨੇ ਉਹਦੇ ਵਿੱਚ ਡਿਵੈਲਪ ਹੋ ਪਾਉਂਦੀਆਂ ਨੇ। ਅਤੇ ਉਸ ਜੋ ਲਾਈਫਸ ਨੇ ਐਸਚੂਰੀ ਦੇ ਵਿੱਚ ਲਾਈਫਸ ਰਹਿ ਰਹੀਆਂ ਨੇ ਉਹਨਾਂ ਲਾਈਫਸ ਲਈ ਸੀ ਫੂਡ ਵਗੈਰਾ ਵੀ ਪ੍ਰੋਵਾਈਡ ਇਹਨਾਂ ਟਾਈਡਸ ਦੁਆਰਾ ਹੀ ਕੀਤਾ ਜਾਂਦਾ ਹੈ। ਮੈਰੀਨ ਲਾਈਫ ਨੂੰ ਇਹ ਕਿੱਦਾਂ ਇਫੈਕਟ ਕਰਦੀਆਂ ਨੇ? ਜੋ ਟਾਈਡਸ ਨੇ ਇਹਨਾਂ ਉੱਪਰ ਮੇਨਲੀ ਕੋਰਲ ਰੀਫਸ ਡਿਪੈਂਡ ਕਰਦੇ ਨੇ ਅਤੇ ਇਸ ਤੋਂ ਇਲਾਵਾ ਇੰਟਰਟਾਈਡਲ ਜ਼ੋਨ ਦੇ ਵਿੱਚ ਜਿਹੜੇ ਔਰਗੈਨਿਜ਼ਮਸ ਰਹਿ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕਿੱਦਾਂ ਰਹਿਣਾ, ਉਹ ਬਿਲਕੁਲ ਹੀ ਟਾਈਡਸ ਦੇ ਉੱਪਰ ਹੀ ਡਿਪੈਂਡੈਂਟ ਹੁੰਦੇ ਨੇ ਤਾਂ ਉਹਨਾਂ ਦੀ ਲਾਈਫ ਉੱਪਰ ਬਹੁਤ ਜ਼ਿਆਦਾ ਇਫੈਕਟ ਪੈਂਦਾ। ਦੀ ਹਾਈਟ ਆਫ ਦੀ ਟਾਈਡ ਇਜ਼ ਦੀ ਗ੍ਰੇਟੈਸਟ ਵੈਨ ਦੀ ਟਾਈਡ ਹਿਟਸ ਦੀ ਪੋਰਸ਼ਨ ਆਫ ਦੀ ਕੰਟੀਨੈਂਟ। ਤਾਂ ਜਦੋਂ ਟਾਈਡ ਆ ਉਹ ਕਿਸੇ ਕੰਟੀਨੈਂਟ ਦੇ ਸ਼ੋਰ ਨੂੰ ਹਿੱਟ ਕਰਦੀ ਆ, ਪੋਰਸ਼ਨ ਨੂੰ ਹਿੱਟ ਕਰਦੀ ਆ ਤਾਂ ਜਿਹੜੀ ਹਾਈਟ ਆ ਉਹ ਜ਼ਿਆਦਾ ਹੋਰ ਉੱਚੀ ਚਲੀ ਜਾਂਦੀ ਹੈ। ਬਟ ਜੇਕਰ ਕੋਈ ਆਈਲੈਂਡ ਹੋ ਤਾਂ ਉੱਥੇ ਇਹ ਫਿਨੋਮੀਨਨ ਨਹੀਂ ਹੁੰਦਾ। ਇਹ ਟਾਈਡਲ ਜਿਹੜੀ ਹੈ ਹਾਈਟ ਹਿੱਟ ਕਰਨਾ ਤਾਂ ਹੀ ਜ਼ਿਆਦਾ ਉੱਚੀ ਜਾਊ ਜੇਕਰ ਉਹ ਕੰਟੀਨੈਂਟ ਨੂੰ ਟੱਚ ਕਰ ਰਹੀ ਹੈ। ਇਸ ਤੋਂ ਇਲਾਵਾ ਟਾਈਡਸ ਨੇ ਇਹ ਨਿਊਟਰੀਐਂਟਸ ਵਗੈਰਾ ਜਾਂ ਹੋਰ ਮਟੀਰੀਅਲ ਵਗੈਰਾ ਜਿਹੜੇ ਹੈਗੇ ਨੇ ਲਾਈਫ ਵਾਸਤੇ, ਓਸ਼ਨ ਲਾਈਫ ਜਾਂ ਐਕੁਆਟਿਕ ਐਨੀਮਲਸ ਲਈ ਪ੍ਰੋਵਾਈਡ ਕਰਦੇ ਨੇ। ਇਸ ਤੋਂ ਇਲਾਵਾ ਈਚ ਆਫ ਦੀ ਅਰਥਸ ਟੂ ਟਾਈਡਸ ਬਰਡਸ ਟਰੈਵਲ ਐਟ ਸਪੀਡ ਆਫ ਅਪਰੋਕਸੀਮੇਟਲੀ 24 hours which means they travel there is the 2 high tides and the 2 low tides each 24 hours 12 hours and 24 minutes। ਤਾਂ ਜਿਹੜੀਆਂ ਟਾਈਡਸ ਨੇ ਇਹ 24 hours ਔਰ 50 ਮਿੰਟ ਬਾਅਦ ਅਕਰ ਕਰਦੀਆਂ ਨੇ। ਦੋ ਹਾਈ ਟਾਈਡਸ, ਇੱਕ ਹਾਈ ਟਾਈਡ ਆਉਣ ਤੋਂ ਬਾਅਦ ਉਸੇ ਪਲੇਸ ਉੱਪਰ ਦੁਬਾਰਾ ਹਾਈ ਟਾਈਡ 24 hours and 50 ਮਿੰਟ ਬਾਅਦ ਅਕਰ ਕਰਦੀ ਹੈ। ਬਟ ਜੇਕਰ ਆਪਾਂ ਹਾਈ ਟਾਈਡਸ ਦੀ ਗੱਲ ਕਰੀਏ ਤਾਂ ਇੱਕ ਪਲੇਸ ਉੱਪਰ ਜਿਵੇਂ ਕਿ ਹਾਈ ਟਾਈਡ ਆਈ ਹੈ ਅਤੇ ਉਸ ਤੋਂ ਬਿਲਕੁਲ ਆਪੋਜ਼ਿਟ ਸਾਈਡ ਉੱਪਰ ਵੀ ਹਾਈ ਟਾਈਡ ਆਈ ਹੈ ਅਤੇ ਉਹਦੀ ਆਪੋਜ਼ਿਟ ਸਾਈਡ ਉੱਪਰ ਆ ਜਿਹੜੀ ਹਾਈ ਟਾਈਡ ਦੁਬਾਰਾ ਕਦੋਂ ਆ ਗਈ ਉਹ ਆਏਗੀ 12 hour and 14 minutes 'ਤੇ 24 ਮਿੰਟ ਤੋਂ ਬਾਅਦ ਉਹ ਟਾਈਡ ਆਏਗੀ।
ਤੇ ਇਹਦੇ ਨਾਲ ਹੀ ਆਪਣਾ ਜਿਹੜਾ ਟਾਈਡ ਦਾ ਚੈਪਟਰ ਆ ਇਹ ਕੰਪਲੀਟ ਹੁੰਦਾ ਹੈ। ਆਸ ਕਰਦਾ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਵੇਗਾ। ਥੈਂਕ ਯੂ, ਥੈਂਕਸ ਅ ਲੋਟ।